ਹੈਲੋ ਮਾਈ ਡੀਅਰ ਸਟੂਡੈਂਟਸ, ਅਸੀਂ ਅੱਜ ਕਰਨਾ ਆ ਕਲਾਸ 12th ਦਾ ਜਨਰਲ ਇੰਗਲਿਸ਼ ਦਾ ਜਿਹੜਾ ਬਾਈ ਮੰਥਲੀ ਐਗਜ਼ਾਮ ਦਾ ਇੱਕ ਸੈਂਪਲ ਆਇਆ ਹੋਇਆ ਉਹਦਾ ਸੋਲਿਊਸ਼ਨ। ਠੀਕ ਹੈ, ਜਿਵੇਂ ਕਿ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਇਹ ਟੋਟਲ ਸਾਡੇ ਕੋਲ 40 ਮਾਰਕਸ ਹੋਣਗੇ, ਮਤਲਬ 40 ਮਾਰਕਸ ਦਾ ਪੇਪਰ ਆ। ਫਸਟ ਜਿਹੜਾ ਪਾਰਟ ਆ ਉਹ 10 ਮਾਰਕਸ ਸਾਡੇ ਲਈ ਲੈ ਕੇ ਆਊਗਾ। ਟੋਟਲ ਟਾਈਮਿੰਗ ਦੇਖ ਲਓ 1.5 ਆਵਰ ਆ, ਯਾਨੀ ਕਿ 1.5 ਘੰਟੇ ਦਾ ਹੀ ਐਗਜ਼ਾਮ ਤੁਸੀਂ ਕਰਨਾ। ਫਸਟਲੀ ਸੌਰੀ, ਮੇਰੀ ਵੌਇਸ ਕਰਕੇ ਮੈਂ ਥੋੜ੍ਹੀ ਜਿਹੀ ਸਿੱਕ ਆ, ਇਸ ਲਈ ਜੇ ਡਿਸਟਰੈਕਸ਼ਨ ਹੁੰਦੀ ਹੋਈ ਤਾਂ ਸੌਰੀ, ਬਟ ਆਈ ਟਰਾਈ ਕਿ ਮੈਂ ਅੱਛਾ ਬੋਲ ਪਾਵਾਂ। ਜਦੋਂ ਵੀ ਬੱਚੋ ਅਸੀਂ ਕੋਈ ਪੈਰਾਗ੍ਰਾਫ ਕਰੀਦਾ ਆ ਨਾ, ਮਤਲਬ ਕਿ ਪੈਰਾਗ੍ਰਾਫ ਦੇ ਵਿੱਚੋਂ ਕੁਐਸਚਨਸ ਫਾਈਂਡ ਆਊਟ ਕਰੀਦੇ ਆ, ਪੈਸੇਜ ਕਰੀਦਾ ਆ, ਉਸ ਟਾਈਮ 'ਤੇ ਕੀ ਚੀਜ਼ ਕਰੀਦੀ ਆ, ਸਭ ਤੋਂ ਪਹਿਲਾਂ ਇਹ ਚੀਜ਼ ਦੇਖੀ ਦੀ ਵੀ ਪੈਰਾਗ੍ਰਾਫ ਕਿਸ ਰਿਲੇਟਡ ਆ। ਸਿਰਫ ਇੰਨਾ ਦੇਖਣਾ ਇੱਕ ਈਜ਼ੀ ਵੇ ਆ। ਪਹਿਲਾਂ ਦੇਖੋ ਤਾਂ ਕੀ ਲਿਖਿਆ ਹੋਇਆ, ਹਿਊਮਨ ਮਾਈਂਡ ਇਜ਼ ਦਾ ਬਿਗੇਸਟ ਮਿਸਟਰੀ ਇਨ ਦਾ ਵਰਲਡ, ਮਤਲਬ ਵੀ ਕੈਨ ਅੰਡਰਸਟੈਂਡ ਐਂਡ ਸਟੱਡੀ ਬ੍ਰੇਨ ਵੈਲ। ਫਿਰ ਲਾਸਟਲੀ ਲਾਈਨ ਦੇਖੋ, ਲਾਸਟ ਲਾਈਨ ਕੀ ਆ, ਔਨ ਦਾ ਅਦਰ ਹੈਂਡ ਡਿਸਟਰਕਟਿਵ ਥਾਟਸ ਕ੍ਰੀਏਟ ਅਦਰ ਮਿਸਫੋਰਚੂਨ, ਲੈਟ ਅਸ then always wait for something good every moment. The biggest benefit of positive thinking is the balanced approach towards life. ਮੀਨਸ ਕਿ ਅਸੀਂ ਇੱਕ ਓਵਰਵਿਊ ਲੈ ਲਿਆ ਕਿ ਇਸ ਚੀਜ਼ ਦਾ ਕਿ ਜਿਹੜਾ ਸਾਡਾ ਪੈਸੇਜ ਆ ਉਹ ਕਿਸ ਟੌਪਿਕ ਨੂੰ ਰਿਲੇਟ ਕਰਦਾ, ਰਾਈਟ। ਇੱਦਾਂ ਹੀ ਆ। ਫਿਰ ਅਸੀਂ ਕੀ ਕਰਨਾ ਹੁੰਦਾ, ਮੇਨਲੀ ਅਸੀਂ ਕਰਨਾ ਆ ਸਭ ਤੋਂ ਪਹਿਲਾਂ ਆਪਣੇ ਕੁਐਸਚਨਸ ਜਿਹੜੇ ਆ ਉਹਨਾਂ ਨੂੰ ਰੀਡ। ਹੁਣ ਅਸੀਂ ਆਪਣੇ ਕੁਐਸਚਨਸ ਰੀਡ ਕਰਦੇ ਹਾਂ। ਹਿਊਮਨ ਮਾਈਂਡ ਇਜ਼ ਦਾ ਬਿਗੇਸਟ ਡੈਸ਼ ਇਨ ਦਾ ਵਰਲਡ। ਹਿਊਮਨ ਮਾਈਂਡ ਕੀ ਹੈ, ਸਭ ਤੋਂ ਵੱਡਾ ਡੈਸ਼ ਆ ਸੰਸਾਰ ਦੇ ਵਿੱਚ। ਸਾਨੂੰ ਆਨਸਰਸ ਨਹੀਂ ਪਤਾ, ਬਟ ਅਸੀਂ ਕੁਐਸਚਨ ਰੀਡ ਕਰ ਲਿਆ। ਨੰਬਰ 2 ਤੇ ਪੋਜ਼ਿਟਿਵ ਥਿੰਕਿੰਗ ਇਜ਼ ਦਾ ਡੈਸ਼। ਪੋਜ਼ਿਟਿਵ ਥਿੰਕਿੰਗ ਕੀ ਆ, ਸਟਾਈਲ ਆ, ਮੈਨਰ ਆ, ਡਿਸੀਜ਼ ਆ, ਮੈਂਟਲ ਐਟੀਟਿਊਡ ਆ। ਸਾਨੂੰ ਨਹੀਂ ਪਤਾ, ਅਸੀਂ ਇੱਥੇ ਲੀਵ ਕਰਤਾ। ਨੰਬਰ 3 ਪੋਜ਼ਿਟਿਵ ਥਿੰਕਿੰਗ ਇਜ਼ ਦਾ ਪ੍ਰੋਸੈਸ ਆਫ ਡੈਸ਼। ਆਪਸ਼ਨਸ ਵੀ ਨਾਲ ਦੇਖ ਲਓ, ਇਮੈਜੀਨੇਸ਼ਨ, ਕੁਕਿੰਗ, ਕ੍ਰੀਏਟਿੰਗ, ਥਾਟਸ, ਪੇਂਟਿੰਗ। फोर्थ, अ पॉजिटिव माइंड वेट्स फॉर, किस चीज़ का वेट करता पॉजिटिव माइंड, ट्रबल्स का, न्यूज़ का, हैप्पीनैस या ट्रेन। कईयां दे आंसर सानू पढ़दियां ही नज़र आ जाते होने, मीनस कि सानू ऑब्जर्वेशन दे विच पता लग जाता होना भी इहदा आंसर यह लिखना आ। बट एक्चुअल दे विच पैसेज जिहड़ा हुंदा ना, पैसेज दे विच चाहे सॉरी पैसेज जो लिखिया ना ਉਹਦੇ ਅਕੋਰਡਿੰਗ ਹੀ ਅਸੀਂ ਆਨਸਰਸ ਅਟੈਂਪਟ ਕਰਨੇ ਹੁੰਦੇ। ਇਹ ਨਹੀਂ ਕਿ ਜੋ ਸਾਡੀ ਆਪਣੀ ਥਿੰਕਿੰਗ ਆ ਅਸੀਂ ਉਹਦੇ ਅਕੋਰਡਿੰਗ ਆਨਸਰ ਲਿਖਣੇ ਆ। ਕਈ ਵਾਰੀ ਇਦਾਂ ਹੁੰਦਾ ਪੈਸੇਜ ਦੇ ਵਿੱਚ ਕੁਝ ਹੋਰ ਲਿਖਿਆ ਹੁੰਦਾ ਤੇ ਇੱਥੇ ਕੁਐਸਚਨ ਕੁਝ ਹੋਰ ਹੁੰਦਾ, ਸਾਨੂੰ ਲੱਗਦਾ ਤਾਂ ਇਦਾਂ ਕਿ ਆਹ ਆਨਸਰ ਹੋਊਗਾ, ਬਟ ਐਕਚੁਅਲ 'ਚ ਪੈਰਾਗ੍ਰਾਫ ਉਹਦਾ ਆਨਸਰ ਕੁਝ ਹੋਰ ਹੁੰਦਾ। ਸੋ ਇਹੋ ਜਿਹੀ ਮਿਸਟੇਕ ਕਰਨ ਦੇ ਨਾਲੋਂ ਪਹਿਲਾਂ ਅਸੀਂ ਜਸਟ ਪ੍ਰਿਡਿਕਸ਼ਨ ਹੀ ਲੈਣੀ ਆ, ਆਨਸਰ ਨੂੰ ਸੋਲਵ ਨਹੀਂ ਕਰਨਾ। ਠੀਕ ਹੈ, ਇਸ ਤਰ੍ਹਾਂ ਕਰਦੇ ਹੋਏ ਅਸੀਂ ਸਾਰੇ ਕੁਐਸਚਨ ਪਹਿਲਾਂ ਰੀਡ ਕਰ ਲਏ 1 to 10 ਤੱਕ। ਓਕੇ, ਉਸ ਤੋਂ ਬਾਅਦ ਅਸੀਂ ਕੀ ਕਰਨਾ, ਪੈਰਾਗ੍ਰਾਫ ਰੀਡ ਕਰਨਾ ਸਟਾਰਟ ਕਰ ਦੇਣਾ। ਹੁਣ ਦੇਖੋ, ਹਿਊਮਨ ਮਾਈਂਡ ਇਜ਼ ਦਾ ਬਿਗੇਸਟ ਮਿਸਟਰੀ ਇਨ ਦਾ ਵਰਲਡ। ਹਿਊਮਨ ਮਾਈਂਡ ਕੀ ਆ, ਸਭ ਤੋਂ ਵੱਡੀ ਮਿਸਟਰੀ ਆ ਸੰਸਾਰ ਦੇ ਵਿੱਚ। ਪਹਿਲੇ ਦਾ ਆਨਸਰ ਮਿਲ ਗਿਆ ਕਿ ਇਹ ਕੀ ਆ, ਮਿਸਟਰੀ, ਰਾਈਟ। ਪੋਜ਼ਿਟਿਵ ਥਿੰਕਿੰਗ ਇਜ਼ ਦਾ, ਪੋਜ਼ਿਟਿਵ ਥਿੰਕਿੰਗ ਕੀ ਆ, ਸਟਾਈਲ ਆ, ਮੈਨਰ ਆ, ਡਿਸੀਜ਼ ਆ ਜਾਂ ਕੋਈ ਮੈਂਟਲ ਐਟੀਟਿਊਡ ਆ। ਇੱਥੋਂ ਪੜ੍ਹਨਾ ਸਟਾਰਟ ਕਰ ਦਿਓ। ਵੀ ਕੈਨ ਅੰਡਰਸਟੈਂਡ ਐਂਡ ਸਟੱਡੀ ਬ੍ਰੇਨ ਵੈਲ, ਬਟ ਵੈਨ ਇਟ ਕਮਸ ਟੂ ਮਾਈਂਡ ਐਂਡ ਥਿੰਕਿੰਗ ਪ੍ਰੋਸੈਸ ਵੀ ਗੈਟ ਪਰਪਲੈਕਸਡ। ਅਸੀਂ ਕਹਿੰਦੇ ਕਨਫਿਊਜ਼ ਹੋ ਜਾਂਦੇ ਆ ਜਦੋਂ ਸਾਡੇ ਮਾਈਂਡ 'ਤੇ ਇਹ ਗੱਲ ਆਉਂਦੀ ਆ। ਵੀ ਡੋਂਟ ਅੰਡਰਸਟੈਂਡ ਇਨਫੋਰਮੇਸ਼ਨ ਪ੍ਰੋਸੈਸਿੰਗ ਕੰਪਲੀਟਲੀ। ਆਰ ਮਾਈਂਡ ਥਿੰਕ ਈਦਰ ਪੋਜ਼ਿਟਿਵਲੀ ਔਰ ਨੈਗੇਟਿਵਲੀ। ਸਾਡਾ ਮਾਈਂਡ ਕਹਿੰਦੇ ਜਾਂ ਪੋਜ਼ਿਟਿਵ ਥਿੰਕ ਕਰਦਾ ਕਿਸੇ ਚੀਜ਼ ਨੂੰ ਲੈ ਕੇ ਜਾਂ ਨੈਗੇਟਿਵ ਥਿੰਕ ਕਰਦਾ। ਪੋਜ਼ਿਟਿਵ ਥਿੰਕਿੰਗ ਇਜ਼, ਹੁਣ ਉਹਨਾਂ ਨੇ ਸਾਨੂੰ ਪੋਜ਼ਿਟਿਵ ਥਿੰਕਿੰਗ ਦੇ ਬਾਰੇ ਦੱਸਣਾ ਸ਼ੁਰੂ ਕਰਤਾ। ਕਹਿੰਦੇ ਪੋਜ਼ਿਟਿਵ ਥਿੰਕਿੰਗ ਇਜ਼ ਅ ਮੈਂਟਲ ਐਟੀਟਿਊਡ ਇਨ ਵਿਚ ਯੂ ਐਕਸਪੈਕਟ ਗੁੱਡ ਐਂਡ ਫੇਵਰੇਬਲ ਰਿਜ਼ਲਟਸ। ਕਿ ਇੱਕ ਮੈਂਟਲ ਐਟੀਟਿਊਡ ਆ, ਮੈਂਟਲ ਐਟੀਟਿਊਡ ਆ ਨਾ, ਚਾਹੇ ਅਸੀਂ ਉਹਦੇ ਵਿੱਚ ਕੁਛ ਵੀ ਸੋਚੀਏ, ਮੈਂਟਲ ਐਟੀਟਿਊਡ ਆ ਇੱਕ ਜਿਹੜਾ ਹਮੇਸ਼ਾ ਸਾਡੇ ਲਈ ਗੁੱਡ ਐਕਸਪੈਕਟ ਕਰਦਾ ਆ ਤੇ ਸਾਡੇ ਫੇਵਰ ਦੇ ਵਿੱਚ ਰਿਜ਼ਲਟ ਲਿਆਉਂਦਾ ਆ, ਰਾਈਟ। ਇਨ ਅਦਰ ਵਰਡਸ, positive thinking is the process of creating thoughts that create and transform energy into reality.
नीचे देखो थर्ड क्वेश्चन, पॉजिटिव थिंकिंग इज अ प्रोसेस ऑफ, प्रोसेस कादी है ये, प्रोसेस ऑफ क्रिएटिंग थॉट्स, इत्थे लिखिया नहीं कि थॉट्स क्रिएट करता आ पॉजिटिव थिंकिंग। हुण असीं फोर्थ क्वेश्चन रीड करना, अ पॉजिटिव माइंड वेट्स फॉर डैश, पॉजिटिव माइंड किस चीज़ ਦੀ ਵੇਟ ਕਰਦਾ, ਟਰਬਲਸ ਦੀ, ਨਿਊਜ਼ ਦੀ, ਹੈਪੀਨੈਸ ਦੀ ਜਾਂ ਟ੍ਰੇਨ ਦੀ। ਇੱਥੋਂ ਹੀ ਆਨਸਰ ਜਿੱਥੋਂ ਛੱਡੀ ਅਸੀਂ ਪੈਰਾਗ੍ਰਾਫ ਉੱਥੋਂ ਹੀ ਅਸੀਂ ਰੀਡ ਕਰਨਾ ਸਟਾਰਟ ਕਰ ਰਹੇ ਹਾਂ। It is also called manifestation. Nowadays, a lot of research is being done on these techniques all over the world. The psychologists are exploring advanced mental processes, and positive mind waits for happiness, health and happy outcome in any situation। कि कोई भी सिचुएशन आ ਉਹਦੇ ਵਿੱਚੋਂ ਪੋਜ਼ਿਟਿਵ ਚੀਜ਼ ਉਹ ਮੰਨੀ ਜਾਂਦੀ ਆ ਕਿ ਜਦੋਂ ਅਸੀਂ ਕਿਸੇ ਇੱਕ ਪੋਜ਼ਿਟਿਵ ਰਿਜ਼ਲਟ ਨੂੰ ਐਕਸਪੈਕਟ ਕਰਦੇ ਹਾਂ ਤੇ ਜਿਹੜੀ ਚੀਜ਼ ਸਾਨੂੰ ਖੁਸ਼ੀ ਦਿੰਦੀ ਆ ਉਹ ਪੋਜ਼ਿਟਿਵ ਆ। ਸੋ ਆਨਸਰ ਕੀ ਆ, ਸੀ। ਹੁਣ ਅਸੀਂ ਫਿਫਥ ਕੁਐਸਚਨ ਰੀਡ ਕਰਾਂਗੇ, ਅ ਨੈਗੇਟਿਵ ਮਾਈਂਡ ਅਟਰੈਕਟਸ, ਕੀ ਅਟਰੈਕਟ ਕਰਦਾ ਨੈਗੇਟਿਵ ਮਾਈਂਡ, ऑब्स्टेकल एंड प्रॉब्लम्स, गेस्ट अट्रैक्ट करदा अपने वाल की खिंचदा आ, या एक्सपर्ट्स या फिर फ्रेंड्स। सानू आंसर तो पता लग ही गया होना ना कि ए आ, बट फिर भी असी रीड करते हैं। कहते ऑन द अदर नेगेटिव थिंकिंग इनवाइट्स ऑब्स्टेकल एंड प्रॉब्लम्स, इनवाइट करदा बुलाउंदा आ, अट्रैक्ट करदा मीनिंग सेम आ किस चीज़ ਨੂੰ ऑब्स्टेकल्स एंड प्रॉब्लम्स। ਇੱਦਾਂ ਦੇ वर्ड्स ना ਜਿੱਦਾਂ इनवाइट लिखिया आ, ਇੱਥੇ अट्रैक्ट लिखिया आ, ਇਹ मतलब है सिनोनिम है ना, इनवाइट एंड अट्रैक्ट सिनोनिम ਜਿਹਾ ਆ। ਇਹਦੇ ਤੋਂ ਵੀ ਸਾਨੂੰ ਪਤਾ ਲੱਗ ਜਾਂਦਾ ਕਿ ਸਹੀ ਆਨਸਰ ਕੀ ਆ। ਜਦੋਂ ਤੁਸੀਂ ਆਇਲਸ ਕਰਨੇ ਉਦੋਂ ਜਦੋਂ ਤੁਸੀਂ ਰੀਡਿੰਗ ਪੈਸੇਜ ਕਰਨਾ ਉਦੋਂ ਵੀ ਇਹਨਾਂ ਚੀਜ਼ਾਂ ਨੂੰ ਹੀ ਆਪਣੇ ਮਾਈਂਡ 'ਚ ਰੱਖਣਾ। ਔਰ ਮੈਂ ਉਸ ਚੀਜ਼ ਦੇ ਲਈ ਵੀ ਇੱਕ ਸੁਜੈਸ਼ਨ ਦਊਂਗੀ ਕਿ ਪਹਿਲਾਂ ਕੁਐਸਚਨ ਰੀਡ ਕਰਿਓ पैराग्राफ बाद विच। ओके, नाउ रीड द सिक्स्थ क्वेश्चन, ऑलवेज हैव डैश थिंकिंग, केड़ी थिंकिंग हमेशा रखनी चाहिए। पैरा पढ़ते हैं, आवर सबकॉन्शियस माइंड स्टार्ट्स फोकसिंग ऑन सिचुएशन अकॉर्डिंग टू आवर थॉट्स, वेयर द अटेंशन गोज द एनर्जी फ्लोज, ऑलवेज फोकस ऑन योर ब्लेसिंग्स। पॉजिटिव थिंकिंग सिंपली मीनस रीवायरिंग। अच्छा ठीक है, इत्थे सानू आंसर मिल गया, ऑलवेज फोकस ऑन योर ब्लैसिंग्स। कहते हमेशा अपनिया ब्लैसिंग्स ते ही फोकस रखो। ते ऑप्शंस दे विच सानू 4 ऑप्शंस दित्तियां। पैसीमिस्टिक की हुंदा, निराशावादी, ठीक है। वैंडरिंग की हुंदा, घूमदे फिरना, नैगेटिव भी हो गया गलत। ਤੇ ਇੱਥੇ ਆਨਸਰ ਕੀ ਆਉਣਾ ਫਿਰ ਕਿ ਆਲਵੇਜ਼ ਹੈਵ ਡੈਸ਼ ਥਿੰਕਿੰਗ। ਕਿੱਦਾਂ ਦੀ ਥਿੰਕਿੰਗ ਰੱਖੋ, ਪੋਜ਼ਿਟਿਵ ਥਿੰਕਿੰਗ ਰੱਖੋ। ਕਿਉਂ, ਕਿਉਂਕਿ ਇਹ ਸਾਡੇ ਲਈ ਹਮੇਸ਼ਾ ਬਲੈਸਿੰਗਸ ਲੈ ਕੇ ਆਉਂਦਾ ਆ, ਰਾਈਟ। ਕੀ ਲੈ ਕੇ ਆਉਂਦਾ, ਆਲਵੇਜ਼ ਆਪਣੇ ਲਈ ਬਲੈਸਿੰਗਸ ਲੈ ਕੇ ਆਉਂਦਾ, ਇਸ ਲਈ ਪੋਜ਼ਿਟਿਵ ਥਿੰਕਿੰਗ ਰੱਖੋ। सेवंथ इज व्हाट इज पॉजिटिव थिंकिंग। आंसर की होना, यही आंसर होना आही वाला। पॉजिटिव थिंकिंग सिंपली मीन्स रीवायरिंग योर माइंड टू थिंक अबाउट द गुड आउटकम्स ऑफ योर एक्शनस। कि तुहाडे एक्शनस दा गुड आउटकम जिहड़ा निकलदा उहनूं असीं कहने पॉजिटिव थिंकिंग। 8th क्वेश्चन, व्हाट इज द बिगेस्ट बेनिफिट ऑफ पॉजिटिव थिंकिंग। बिगेस्ट बेनिफिट की है पॉजिटिव थिंकिंग का, चलो पढ़ के देखते हैं। इट हेल्प्स एन इंडिविजुअल टू यील्ड अनबिलीवेबल रिजल्ट्स। द ओवर critical attitude can lower down the constructive ability of mind, whereas a calm mind is a bliss. An agitated mind cannot focus on positive aspects or solutions of the problems. अपना आंसर ਇਹਦਾ ਆਹੀ ਆ। देखो क्वेश्चन देखो, what is the biggest benefit of the positive thinking। ਕੀ biggest benefit ਆ, ਕਹਿੰਦੇ it helps an individual to yield, ਹਾਸਿਲ ਕਰੋ unbelievable result। ਕਿ ਜਿਹੜੀਆਂ ਚੀਜ਼ਾਂ
ਬਿਲੀਵ 'ਚ ਵੀ ਨਹੀਂ ਨਾ ਕੀਤੀਆਂ ਜਾ ਸਕਦੀਆਂ ਕਿ ਹਾਂ ਆਪਾਂ ਨੂੰ ਜਿਹੜੀ ਚੀਜ਼ ਦੀ ਅਹਿਸਾਸ ਨਾ ਹੁੰਦਾ ਹੋਵੇ ਵੀ ਆਹ ਚੀਜ਼ ਵੀ ਹੋ ਜਾਊਗੀ, ਪਰ ਕਹਿੰਦੇ ਪੋਜ਼ਿਟਿਵ ਥਿੰਕਿੰਗ ਉਸ ਚੀਜ਼ ਨੂੰ ਵੀ ਪੋਜ਼ਿਟਿਵ ਕਰ ਦਿੰਦੀ ਆ। ਸੋ ਹਾਂ, ਇਹ ਆਨਸਰ 8 ਦਾ ਇਹ ਲਾਈਨ 8th ਕੁਐਸਚਨ ਦੀ ਆਨਸਰ ਆ ਇਹ। 9th ਹੈ ਜੀ, ਪੋਜ਼ਿਟਿਵ ਥਿੰਕਿੰਗ ਇਜ਼ ਨਾਟ ਸੋਲਿਊਸ਼ਨ ਓਰੀਐਂਟਡ। ਕਹਿੰਦੇ ਪੋਜ਼ਿਟਿਵ ਥਿੰਕਿੰਗ ਜਿਹੜੀ ਆ ਇਹਦਾ ਕੋਈ ਸੋਲਿਊਸ਼ਨ ਨਹੀਂ ਨਿਕਲਦਾ, ਜਦਕਿ ਇੱਥੇ ਕੀ ਲਿਖਦੇ ਪਏ ਆ, ਕਹਿੰਦੇ ਐਨ agitated mind cannot focus on positive aspects or solutions of the problems। ਐਗੀਟੇਟਡ ਹੁੰਦਾ ਨੈਗੇਟਿਵ ਮਾਈਂਡ, ਕਹਿੰਦੇ ਫੋਕਸ ਨਹੀਂ ਕਰ ਪਾਉਂਦਾ ਪੋਜ਼ਿਟਿਵ ਚੀਜ਼ਾਂ ਤੇ। ਸੋ ਇਹਦਾ ਆਨਸਰ ਕੀ ਆਉਣਾ ਆ, ਫਾਲਸ। ਮਤਲਬ ਕਿ ਸਾਨੂੰ ਕੁਐਸਚਨ ਪੁੱਛਦੇ ਆ ਪੋਜ਼ਿਟਿਵ ਥਿੰਕਿੰਗ ਇਜ਼ ਨਾਟ ਸੋਲਿਊਸ਼ਨ ਓਰੀਐਂਟਡ, ਯਾਨੀ ਕਿ ਪੋਜ਼ਿਟਿਵ ਮਾਈਂਡ ਜਿਹੜਾ ਇਹਦੇ ਨਾਲ ਕਹਿੰਦੇ ਅਸੀਂ ਕਿਸੇ ਸੋਲਿਊਸ਼ਨ ਨੂੰ ਕ੍ਰੀਏਟ ਨਹੀਂ ਕਰ ਸਕਦੇ, ਬਟ ਇੱਦਾਂ ਨਹੀਂ ਆ, ਪੋਜ਼ਿਟਿਵ ਮਾਈਂਡ ਨਾਲ ਹੀ ਅਸੀਂ ਸੋਲਿਊਸ਼ਨ ਕ੍ਰੀਏਟ ਕਰ ਸਕਦੇ ਹਾਂ। 10th ਇਜ਼ ਨੈਗੇਟਿਵ ਥਿੰਕਿੰਗ ਅਟਰੈਕਟਸ ਮਿਸਫੋਰਚੂਨ। ਮੰਦਭਾਗ ਨੂੰ ਆਪਣੇ ਵੱਲ ਅਟਰੈਕਟ ਕਰਦੀ ਹੈ ਨੈਗੇਟਿਵ ਥਿੰਕਿੰਗ। ਇਹਦਾ ਆਨਸਰ ਦੇਖੋ, ਮੈਡੀਟੇਸ਼ਨ ਐਂਡ ਰਿਲੈਕਸੇਸ਼ਨ ਟੈਕਨੀਕਸ ਬੂਸਟ ਅਪ ਆਰ ਪੋਜ਼ਿਟਿਵਿਟੀ। ਔਨ ਦ ਅਦਰ ਹੈਂਡ ਡਿਸਟਰਕਟਿਵ ਥਾਟਸ, ਮਤਲਬ ਨੈਗੇਟਿਵ ਥਿੰਕਿੰਗ ਆ ਗਈ ਇੱਥੇ ਗੱਲ, ਹੈ ਨਾ। ਡਿਸਟਰਕਟਿਵ ਥਾਟਸ ਕ੍ਰੀਏਟ ਆਵਰ ਮਿਸਫੋਰਚੂਨ। ਡਿਸਟਰਕਟਿਵ ਥਾਟਸ ਕੀ ਕ੍ਰੀਏਟ ਕਰਦੀਆਂ, ਮਿਸਫੋਰਚੂਨ ਕ੍ਰੀਏਟ ਕਰਦੀਆਂ। ਮਿਸਫੋਰਚੂਨ ਕੀ ਹੁੰਦਾ, ਮੰਦਭਾਗੀ। ਸੋ ਇਹਦਾ ਆਨਸਰ ਕੀ ਹੋਣਾ, ਟਰੂ। ਨੈਗੇਟਿਵ ਥਿੰਕਿੰਗ ਅਟਰੈਕਟਸ ਮਿਸਫੋਰਚੂਨ। ਅਗਲਾ ਪਾਰਟ ਆ ਸਾਡੇ ਕੋਲ ਗ੍ਰਾਮਰ। Fill in the blank with suitable determiner. How dash money do you want? How much money do you want? ਇਹਦੇ ਵਿੱਚ much ਆਉਣਾ। Fine. Translate from English to Punjabi. I am a player. ਮੈਂ ਇੱਕ ਖਿਡਾਰੀ ਹਾਂ। I am a player. ਮੈਂ ਇੱਕ ਖਿਡਾਰੀ ਹਾਂ। Translate into English. ਉਹ ਲੇਖਕ ਨਹੀਂ ਹੈ। He is not a writer. He is not a writer. ਅੱਗੇ ਦੇਖੋ, objective type questions. Objective type questions ਦੇ ਵਿੱਚੋਂ ਸਾਡਾ first question ਕੀ ਆ, what kind What kind of teacher was Sudha Murthy? Sudha Murthy ਕਿੱਦਾਂ ਦੇ ਟੀਚਰ ਸੀਗੇ, very strict and rude ਸੀਗੇ, kind and loving ਸੀ, kind and inefficient ਸੀ, fond of flattery ਸੀਗੇ। She was kind and loving. So B answer is the right. Who was Hassan? Hassan ਕੀ ਸੀ, student of MBBS, ਡਾਕਟਰੇਟ ਤਾਂ ਨਹੀਂ ਸੀ ਕਰਦਾ। MSc ਵੀ ਨਹੀਂ ਸੀ ਕਰਦੇ ਪਏ ਉਹ, ਠੀਕ ਹੈ। BA ਦੇ ਸਟੂਡੈਂਟਸ ਵੀ ਨਹੀਂ ਸੀ। MCA ਦੇ ਸੀਗੇ, ਮਾਸਟਰਸ ਆਫ ਕੰਪਿਊਟਰ ਐਪਲੀਕੇਸ਼ਨ। Third, what was Philip chosen to play in the concert? ਨੈਚੁਰਲ ਆ, ਵਾਇਲਨ ਸਾਰੇ ਚੈਪਟਰ 'ਚ ਪੜ੍ਹਦੇ ਰਹੇ ਸੀ, ਠੀਕ ਹੈ। ਵਾਇਲਨ ਤੋਂ ਇਲਾਵਾ ਕੋਈ ਹੋਰ ਵੀ ਮਤਲਬ ਜਿਹੜਾ ਪਲੇ ਨਹੀਂ ਕਰਨ ਨੂੰ ਹੈਗਾ, ਮੀਨਸ ਕਿ ਨਾ ਗਿਟਾਰ ਸੀ, ਨਾ ਡਰਮ ਸੀ, ਨਾ ਫਲੂਟ ਸੀ। ਸੋ ਵਾਇਲਨ ਹੀ ਹੈ, ਤਾਂ ਬਿਨਾਂ ਸੋਚ ਸਮਝੇ ਆਂਸਰ ਵਾਇਲਨ ਲਗਾ ਦੇਣਾ ਆਪਾਂ। ਫਿਲਿਪ ਵਾਂਟਡ ਟੂ ਬੀ ਅ ਮਿਊਜ਼ੀਸ਼ੀਅਨ, ਡੈਫੀਨੇਟਲੀ ਉਹ ਮਿਊਜ਼ੀਸ਼ੀਅਨ ਬਣਨਾ ਚਾਹੁੰਦੇ ਸੀ। ਸੋ ਆਂਸਰ ਇਜ਼ ਟਰੂ। ਹੂ ਇਜ਼ ਦ ਆਥਰ ਆਫ ਦ ਚੈਪਟਰ ਦ ਸਕੂਲ ਫॉर ਸਿਮਥੀ? ਆਂਸਰ ਇਜ਼ E.V. Lucas. E.V. Lucas. S ਇੱਥੇ ਪਿੱਛੇ S ਨਹੀਂ ਬਣ ਰਹੀ, ਲਿਊਕਸ, ਠੀਕ ਹੈ। E.V. ਲਿਊਕਸ, LUCAS। ਇਹਨਾਂ ਨੂੰ ਐਡਵਰਡ ਵੇਰਲ ਲਿਊਕਸ ਵੀ ਕਹਿੰਦੇ, ਫੁੱਲ ਨੇਮ ਇਹਨਾਂ ਦਾ, ਬਟ ਜ਼ਿਆਦਾਤਰ ਲੋਕ ਇਹਨਾਂ ਨੂੰ E.V. ਲਿਊਕਸ ਲਿਖਦੇ ਆ। ਇੰਨਾ ਹੀ ਲਿਖ ਦੂੰਗੇ ਤਾਂ ਵੀ ਆਂਸਰ ਦੇ ਮਾਰਕਸ ਮਿਲ ਜਾਣਗੇ। Next ਆ, Millie was the head girl of the school. Yes, she was the head girl of the school. Next ਆਪਾਂ ਕਰਦੇ ਹਾਂ
बी पार्ट ਦੇ ਵਿੱਚ ਕੀ ਲਿਖਿਆ ਆਨਸਰ ਐਨੀ 2 questions in 40 to 50 words ਠੀਕ ਹੈ 40 to 50 words ਦੇ ਵਿੱਚ ਅਸੀਂ ਆਨਸਰਸ ਅਟੈਂਪਟ ਕਰਨੇ ਆ ਇਹ ਕੁਐਸਚਨ ਜਿਹੜਾ ਮਤਲਬ 2 ਕੁਐਸਚਨ ਕਰਨੇ ਆ ਤਾਂ ਇੱਕ ਕੁਐਸਚਨ ਦੇ 2 ਮਾਰਕਸ ਆ ਰਾਈਟ ਟੋਟਲ 4 ਮਾਰਕਸ ਦਾ ਹੋ ਗਿਆ ਇਹ ਵਾਲਾ ਪਾਰਟ ਦੇਖਦੇ ਹਾਂ ਜੀ ਫਸਟ ਕੁਐਸਚਨ ਕੀ ਆ ਫਸਟ ਕੁਐਸਚਨ ਮੈਂ ਤੁਹਾਨੂੰ ਚਾਰਾਂ ਦਾ ਸੋਲੂਸ਼ਨ ਬੋਲ ਕੇ ਦੱਸ ਦਿੰਨੀ ਆ ਤੁਸੀਂ ਪੌਜ਼ ਕਰਕੇ ਨਾਲ ਨਾਲ ਲਿਖ ਸਕਦੇ ਹੋ ਠੀਕ ਹੈ ਜਾਂ ਫਿਰ ਵੀਡੀਓ ਨੂੰ ਕਿਸੇ ਤਰ੍ਹਾਂ ਰਿਕਾਰਡ ਕਰ ਲਓ ਸਕਰੀਨ ਰਿਕਾਰਡ ਕਰ ਲਓ ਜਾਂ ਕੁਝ ਵੀ ਪੌਜ਼ ਕਰਕੇ ਨਾਲ ਨਾਲ ਲਿਖ ਲਓ ਇਟ ਵਿਲ ਬੀ ਈਜ਼ੀ ਇਸ ਤੋਂ ਇਲਾਵਾ ਇਸ ਚੈਪਟਰ ਦੀਆਂ ਇਹਨਾਂ ਚੈਪਟਰ ਦੀਆਂ ਪੂਰੇ ਸਾਰੇ ਕੁਐਸਚਨ ਦੀਆਂ ਵੀਡੀਓਜ਼ ਆਲਰੇਡੀ ਬਣੀਆਂ ਹੋਈਆਂ ਤੁਸੀਂ ਦੇਖੋ YouTube ਤੇ ਜਾਓ ਮੇਰੇ ਲਰਨ ਇੰਗਲਿਸ਼ ਵਿਦ ਜਸਮੀਤ ਮੈਮ YouTube ਦੇ ਪੇਜ ਤੇ ਜਾ ਕੇ ਚੈਨਲ ਤੇ ਉੱਥੇ ਤੁਸੀਂ ਦੇਖੋ ਪਲੇਲਿਸਟ ਖੋਲੋ ਕਲਾਸ 12th ਦੀ ਉਹਦੇ ਵਿੱਚ ਤੁਹਾਨੂੰ ਇਹ ਮਿਲ ਜਾਣਗੇ ਠੀਕ ਹੈ ਅਕੋਰਡਿੰਗ ਟੂ ਚੈਪਟਰਸ ਉੱਥੇ ਦਿੱਤੇ ਹੋਏ ਆ ਗ੍ਰਾਮਰਸ ਵੀ ਦਿੱਤੀਆਂ ਉੱਥੇ ਜਾ ਕੇ ਤੁਹਾਨੂੰ ਈਜ਼ੀਲੀ ਮਿਲ ਜਾਏਗਾ ਓਕੇ ਸਟਾਰਟ ਕਰਦੇ ਹਾਂ ਜੀ ਫਸਟ ਕੁਐਸਚਨ ਤੋਂ ਅਕੋਰਡਿੰਗ ਟੂ ਹਸਨ ਹੂ ਵਰ ਨਰਡਸ ਕਹਿੰਦੇ ਹਸਨ ਦੇ ਹਿਸਾਬ ਦੇ ਨਾਲ ਨਰਡਸ ਕੌਣ ਸਨ ਨਰਡਸ ਹਸਨ ਨੇ ਕਿਹਨੂੰ ਕਿਹਾ ਸੀਗਾ ਹਸਨ ਨੇ ਨਰਡਸ ਕਿਹਨਾਂ ਨੂੰ ਕਿਹਾ ਸੀਗਾ ਕਿ ਉਹ ਪਰਸਨ ਜਿਹੜੇ ਬੋਰਿੰਗ ਹੁੰਦੇ ਆ ਸਟੂਪਿਡ ਹੁੰਦੇ ਆ ਤੇ ਅਨਫੈਸ਼ਨੇਬਲ ਹੁੰਦੇ ਆ ਮੀਨਸ ਕਿ ਜਿਹੜੇ ਹਮੇਸ਼ਾ ਆਪਣੇ ਕੰਮ 'ਚ ਰੁੱਝੇ ਹੀ ਰਹਿੰਦੇ ਆ ਕੁਛ ਐਕਸਟਰਾ ਨਹੀਂ ਕਰਦੇ ਜਾਂ ਕੁਛ ਡਿਫਰੈਂਟ ਨਹੀਂ ਕਰਦੇ ਉਹਨੂੰ ਅਸੀਂ ਆਨਸਰ ਕਿੱਦਾਂ ਲਿਖਾਂਗੇ ਇੱਥੋਂ ਹੀ ਆਨਸਰ ਅਸੀਂ ਸਟਾਰਟ ਕਰ ਸਕਦੇ ਹਾਂ ਅਕੋਰਡਿੰਗ ਟੂ ਹਸਨ ਨਰਡਸ were those persons who were boring, stupid, and unfashionable. Right? Now switch to the second question. Why was Hassan not noticed by the teachers in the class? ਕਿ ਕਲਾਸ ਦੇ ਵਿੱਚ ਹਸਨ ਕਿਉਂ ਨਹੀਂ ਸੀ ਨੋਟਿਸ ਦੇ ਵਿੱਚ ਆ ਰਿਹਾ ਹੁੰਦਾ ਇੱਕ ਹੀ ਰੀਜ਼ਨ ਆ ਕਿ ਜੇ ਹਸਨ ਡੇਲੀ ਪ੍ਰੈਜ਼ੈਂਟ ਹੋਊਗਾ ਤਾਂ ਹੀ ਉਹਨੂੰ ਕੋਈ ਨੋਟਿਸ ਕਰੂਗਾ ਸਿੰਪਲ ਆ ਇਹ ਅਸੀਂ ਇਹਨੂੰ ਇੰਗਲਿਸ਼ ਕਿਵੇਂ ਲਿਖਣਾ ਇਟ ਇਜ਼ ਬਿਕੋਜ਼ ਹੀ ਵਾਜ਼ ਹਾਰਡਲੀ ਐਵਰ present in the class. Third question. Why did Philip learn violin quickly? ਦੇਖੋ ਜੇ ਮੈਂ ਜਲਦੀ ਕਿਸੇ ਚੀਜ਼ ਨੂੰ ਸਿੱਖ ਲੈਂਦੀ ਹਾਂ ਉਹਦਾ ਇੱਕ ਹੀ ਮੇਨ ਰੀਜ਼ਨ ਆ ਕਿਉਂਕਿ ਮੇਰਾ ਉਸ ਚੀਜ਼ ਦੇ ਵਿੱਚ ਇੰਟਰਸਟ ਜ਼ਿਆਦਾ ਆ ਠੀਕ ਫਿਲਿਪ ਨੇ ਵਾਇਲਨ ਨੂੰ ਵਜਾਉਣਾ ਕਿਉਂ ਇੰਨੀ ਜਲਦੀ ਸਿੱਖ ਲਿਆ ਬਿਕਾਜ਼ ਉਹਨਾਂ ਦਾ ਇੰਟਰਸਟ ਜ਼ਿਆਦਾ ਆ ਤੇ ਉਹਨਾਂ 'ਚ ਟੈਲੈਂਟ ਵੀ ਆ ਇਸੇ ਚੀਜ਼ ਨੂੰ ਅਸੀਂ ਇੰਗਲਿਸ਼ ਕਿਵੇਂ ਲਿਖਾਂਗੇ ਨੋਟ ਕਰੋ ਫਿਲਿਪ ਲਰਨ ਦਾ ਵਾਇਲਨ ਕੁਇਕਲੀ ਬਿਕਾਜ਼ ਅਸੀਂ ਇੱਥੋਂ ਹੀ ਸਟਾਰਟ ਕਰ ਲਿਆ ਨਾ ਫਿਲਿਪ ਲਰਨਡ ਬਿਕਾਜ਼ ਅਸੀਂ ਪਾਸਟ ਫਾਰਮ 'ਚ ਲਿਖਣਾ ਫਿਲਿਪ ਲਰਨਡ ਦਾ ਵਾਇਲਨ ਕੁਇਕਲੀ because he was both talented and eager to learn. Fourth question. What made the concert a flop show? ਕਿਹੜੀ ਇੱਕ ਇੱਦਾਂ ਦੀ ਚੀਜ਼ ਸੀਗੀ ਕਿਸ ਚੀਜ਼ ਦੇ ਨਾਲ ਜਿਹੜਾ ਫਿਲਿਪ ਦਾ ਕੌਨਸਰਟ ਸੀਗਾ ਅਖਾੜਾ ਸੀਗਾ ਉਹ ਫਲॉप ਹੋ ਗਿਆ ਕਿਵੇਂ ਫਲॉप ਹੋਇਆ ਸੀ when Philip started playing the violin the pins were holding his loose shirt came off. The shirt fell away from his neck. The audience began to laugh. As a result, the show flopped. मतलब ਕਿ ਉਹਨਾਂ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਅਸੀਂ ਸਟੋਰੀ ਦੇ ਵਿੱਚ ਦੇਖਿਆ ਆ ਪੜ੍ਹਿਆ ਆ ਸੁਣਿਆ ਆ ਕਿ ਉਹਨਾਂ ਨੇ ਕੀ ਕੀਤਾ ਸੀਗਾ ਵੱਡੀ ਸ਼ਰਟ ਪਾਈ ਹੋਈ ਸੀਗੀ ਆਪਣੇ ਸਰ ਦੀ ਜਦੋਂ ਉਹਨਾਂ ਨੇ ਆਪਣੀ ਸ਼ਰਟ ਪਾਈ ਹੋਈ ਸੀ ਤੇ ਨੈਚੁਰਲ ਆ ਉਹਨਾਂ ਦੇ ਉਹ ਲੂਜ਼ ਸੀ ਤੇ ਸਰ ਦੀ ਵਾਈਫ ਨੇ ਕੀ ਕੀਤਾ ਸੀਗਾ ਉਹਨਾਂ ਦੇ ਟੀਚਰ ਦੀ ਵਾਈਫ ਨੇ ਕੀ ਕਰਤਾ ਪਿੰਸ ਲਗਾ ਕੇ ਉਹਨੂੰ ਟੱਕ ਕਰਕੇ ਫਿਕਸ ਕਰਤਾ ਸੀ ਬਟ ਜਦੋਂ ਵਾਇਲਨ ਵਜਾਉਣ ਲੱਗੇ ਉਹਨਾਂ ਦੀ ਬਾਂਹ ਦਾ ਥੋੜਾ ਜਿਹਾ ਜ਼ਿਆਦਾ ਜ਼ੋਰ ਲੱਗ ਗਿਆ ਓਬਵੀਅਸ ਆ ਨਾ ਕਿ ਸਾਰਾ ਰਾਈਟ ਆਰਮ ਦੇ ਨਾਲ ਹੀ ਉਹ ਜ਼ਿਆਦਾ ਵਜਾਉਂਦੇ ਆ ਤੇ ਫਿਰ ਉਹਦੇ ਨਾਲ ਉਹ ਸਾਰੀ ਲੂਜ਼ ਹੋ ਗਈ ਜਿਹੜੀ ਉਹਨਾਂ ਦੀ ਸ਼ਰਟ ਆ ਉਹਨਾਂ ਦੀ ਗਰਦਨ ਤੋਂ ਪਿੱਛੇ ਡਿੱਗ ਪਈ ਏਦਾਂ ਲੱਗਦਾ ਸੀ ਕੁਝ ਓਪਰਾ ਜਿਹਾ ਕਿ ਉਹ ਲੁਕੇ ਹੀ ਗਏ ਉਸ ਸ਼ਰਟ ਦੇ ਵਿੱਚ ਸੋ ਆਡੀਅੰਸ ਉਹਨਾਂ ਤੇ ਲਾਫ ਹੋਣ ਲੱਗ ਪਈ ਹੱਸਣ ਲੱਗ ਪਈ ਐਜ਼ ਅ ਰਿਜ਼ਲਟ ਇਹਦੇ ਰਿਜ਼ਲਟ ਦੇ ਵਜੋਂ ਇਹ ਸ਼ੋਅ ਫਲॉप ਹੋ ਗਿਆ ਅਗਲਾ ਸਾਡਾ ਜਿਹੜਾ ਪਾਰਟ ਆ ਇਹ ਵੀ ਸੇਮ 40 to 50 words ਦਾ 2 ਮਾਰਕ ਕੈਰੀ ਕਰੂਗਾ ਈਚ ਕੁਐਸਚਨ 2 ਮਾਰਕ ਕੈਰੀ ਕਰੂਗਾ ਔਰ ਇਹ ਸਭ ਤੋਂ ਜ਼ਿਆਦਾ ਮੇਨ ਐਂਡ ਇੰਪੋਰਟੈਂਟ ਐਂਡ ਵਧੀਆ ਗੱਲ ਜਿਹੜੀ ਆ ਨਾ ਆਪਣੀ ਕਿਸਮਤ ਚੰਗੀ ਸਮਝੋ ਕਿ ਇਹ ਇੱਕ
ਇੱਕ ਹੀ ਚੈਪਟਰ ਆ ਰਾਈਟ, ਇੱਕ ਹੀ ਚੈਪਟਰ ਦੇ ਵਿੱਚੋਂ ਆਨਸਰਸ ਆਉਣੇ ਆ। ਸੋ ਮੈਨੂੰ ਲੱਗਦਾ ਕਿ ਆਹ 4 ਨੰਬਰ ਤਾਂ ਤੁਹਾਡੇ ਕਿਤੇ ਵੀ ਨਹੀਂ ਗਏ ਰਾਈਟ, ਬਿਕੋਜ਼ ਹਾਰਡਲੀ ਮੈਨੂੰ ਲੱਗਦਾ ਚੈਪਟਰ ਦੇ 12 to 15 ਕੁਐਸਚਨਸ ਹੋਣਗੇ ਇਹ ਵਾਲੇ, ਤੇ 15 ਕੁਐਸਚਨ ਤਾਂ ਕਿਸੇ ਬੱਚੇ ਲਈ ਯਾਦ ਕਰਨੇ ਔਖੇ ਨਹੀਂ ਹੈਗੇ ਆ ਰਾਈਟ, ਜੇ ਪਤਾ ਹੀ ਹੋਵੇ ਵੀ 4 ਕੁਐਸਚਨ ਦਾ ਇਹਦੇ ਵਿੱਚੋਂ ਹੀ ਆਉਣਾ। ਬਾਕੀ ਆ ਜਿਹੜੇ 4 ਕੁਐਸਚਨਸ ਆ ਇਹ ਇੰਪੋਰਟੈਂਟ ਹੀ ਆ, ਇਹਨਾਂ ਨੂੰ ਜ਼ਰੂਰ ਯਾਦ ਕਰਿਓ, 2 ਨਹੀਂ ਤਾਂ ਐਟਲੀਸਟ ਇੱਕ ਤਾਂ ਇਹਦੇ ਵਿੱਚੋਂ ਆਊਗਾ ਰਾਈਟ। ਸਟਾਰਟ ਕਰਦੇ ਹਾਂ ਜੀ। What was the real aim of Miss Beam's school? Sorry. Miss Beam ਦੇ ਸਕੂਲ ਦੀ ਐਕਚੁਅਲ ਦੇ ਵਿੱਚ, ਰੀਅਲ ਵਾਸਤਵਿਕਤਾ ਦੇ ਵਿੱਚ ਉਹਨਾਂ ਦਾ ਉਦੇਸ਼ ਕੀ ਸੀ, ਏਮ ਕੀ ਸੀ ਇਸ ਚੀਜ਼ ਦਾ, ਕੀ ਉਦੇਸ਼ ਸੀਗਾ ਉਹਨਾਂ ਦਾ, ਉਹਨਾਂ ਦੇ ਸਕੂਲ ਦਾ। The real aim, ਆਨਸਰ ਲਿਖ ਲਓ ਇਹਦਾ, the real aim of Miss Beam's school was not so much to fill thought as thoughtfulness, humanity and citizenship। ਮਤਲਬ ਇਹ ਆ ਕਿ ਮਿਸ ਬੀਮ ਦੇ ਸਕੂਲ ਦਾ ਵਾਸਤਵਿਕ ਉਦੇਸ਼ ਇੰਨਾ ਵਿਚਾਰ ਭਰਿਆ ਨਹੀਂ ਸੀ, ਮਤਲਬ ਕਿ ਇੰਨਾ ਐਜੂਕੇਸ਼ਨਲ ਨਹੀਂ ਸੀਗਾ ਜਿੰਨਾ ਕਿ ਉਹਦੇ ਵਿੱਚ ਵਿਚਾਰਸ਼ੀਲਤਾਵਾਂ ਸੀ, ਇੰਨਾ ਫਿਲ ਆਫ ਥਾਟ ਨਹੀਂ ਸੀ ਜਿੰਨੀਆਂ ਉਹਦੇ ਵਿੱਚ ਥਾਟਫੁਲਨੈਸਿਸ ਸੀਗੀਆਂ, ਠੀਕ ਹੈ, ਵਿਚਾਰਸ਼ੀਲਤਾਵਾਂ ਸੀ ਕਿ ਕੋਈ ਕਿੱਦਾਂ ਰਹਿੰਦਾ ਆ ਕਿਸੇ ਵਿਅਕਤੀ ਨਾਲ, ਮਤਲਬ ਐਜ਼ ਅ ਹਿਊਮਨਿਟੀ ਅਸੀਂ ਉਹਨਾਂ ਕਿੱਦਾਂ ਕਨੈਕਸ਼ਨ ਦੇ ਵਿੱਚ ਰਹਿੰਦੇ, ਮਾਨਵਤਾ ਦੇ ਹਿਸਾਬ ਨਾਲ ਅਸੀਂ ਕਿੱਦਾਂ ਰਹਿੰਦੇ, ਅਤੇ ਨਾਗਰਿਕਤਾ ਦੇ ਅਕੋਰਡਿੰਗ ਅਸੀਂ ਕਿੱਦਾਂ ਰਹਿੰਦੇ, ਸਾਨੂੰ ਆਪਣੇ ਦੇਸ਼ ਦੇ ਵਿੱਚ ਰਹਿ ਰਹੇ ਲੋਕਾਂ ਦੇ ਨਾਲ ਕਿੰਨੀ ਕੁ ਸਾਂਝ ਪੈਦਾ ਹੁੰਦੀ ਜਿਹੜੇ ਕਿ ਸਾਡੇ ਤੋਂ ਡਿਫਰੈਂਟ ਪੀਪਲ ਆ, ਡਿਸੇਬਲਡ ਆ, ਠੀਕ ਹੈ। ਸੈਕਿੰਡ ਕੁਐਸਚਨ, ਵਿਚ ਡੇ was the most difficult for children? ਆ ਕੁਐਸਚਨ ਪੱਕਾ ਆ ਸਕਦਾ। ਸਭ ਤੋਂ ਔਖਾ ਦਿਨ ਕਿਹੜਾ ਹੁੰਦਾ ਸੀਗਾ ਬੱਚਿਆਂ ਦੇ ਲਈ? ਬੱਚਿਆਂ ਦੇ ਲਈ ਦੇਖੋ ਕੋਈ ਵੀ ਪਰਸਨ ਹੈ, ਵੈਸੇ ਤਾਂ ਹੈਂਡੀਕੈਪਡ ਹੋਣਾ ਹਰ ਇੱਕ ਬੰਦੇ ਲਈ ਬਹੁਤ ਮੁਸ਼ਕਿਲ ਆ, ਬਟ ਬਲਾਈਂਡ ਇੱਦਾਂ ਦਾ ਦਿਨ ਆ ਕਿਉਂਕਿ ਆਪਾਂ ਕੁਛ ਦੇਖ ਨਹੀਂ ਸਕਦੇ ਉਹਦੇ ਵਿੱਚ, ਠੀਕ, ਤੇ ਇਹੀ ਦਿਨ ਬੱਚਿਆਂ ਦੇ ਲਈ ਸਭ ਤੋਂ ਜ਼ਿਆਦਾ ਮੁਸ਼ਕਿਲ ਸੀਗਾ। ਅਸੀਂ ਕਿੱਦਾਂ ਲਿਖਾਂਗੇ ਇਹਦਾ ਆਨਸਰ, ਨੋਟ ਕਰੋ, the blind day was the most difficult day for children। ਸਿਰਫ ਵਿਚ ਡੇ ਦੀ ਜਗ੍ਹਾ ਤੇ ਦ ਬਲਾਈਂਡ ਆਉਣਾ, ਬਾਕੀ ਆਨਸਰ ਸੇਮ, ਔਰ ਇਹ 2 ਮਾਰਕ ਲੈ ਕੇ ਆਊਗਾ ਤੁਹਾਡੇ ਲਈ, ਔਰ ਇਹ ਕੁਐਸਚਨ ਆਊਗਾ। ਆਪਣੇ ਕੁਐਸਚਨ ਪੇਪਰਸ ਜ਼ਰੂਰ ਮੇਰੇ ਨਾਲ ਸ਼ੇਅਰ ਕਰਿਓ ਟੈਲੀਗ੍ਰਾਮ ਦੇ ਚੈਨਲ 'ਤੇ ਜਦੋਂ ਤੁਸੀਂ ਐਗਜ਼ਾਮ ਦੇ ਕੇ ਆਉਂਗੇ, ਐਂਡ ਮੈਨੂੰ ਦੱਸਿਓ ਐਗਜ਼ਾਮ ਕਿੱਦਾਂ ਦਾ ਹੋਇਆ, ਅਤੇ ਮੈਨੂੰ ਇਹ ਵੀ ਜ਼ਰੂਰ ਦੱਸਿਓ ਕਿ ਤੁਹਾਡੇ ਮਾਰਕਸ ਕਿੰਨੇ ਆਏ ਆ, ਠੀਕ ਹੈ। Third is, what does the author tell us about Miss Beam? Author ਕੌਣ ਹੁੰਦਾ ਹੈ ਜੀ? ਰਾਈਟਰ, ਜਿਹੜਾ ਕਹਾਣੀ, ਕਵਿਤਾ ਲਿਖਣ ਵਾਲਾ ਤਾਂ ਪੋਇਟ ਹੁੰਦਾ, ਕਹਾਣੀ ਲਿਖਣ ਵਾਲਾ ਜਿਹੜਾ ਵਿਅਕਤੀ ਹੁੰਦਾ ਉਹ ਆਥਰ ਹੁੰਦਾ ਹੈ। ਆਥਰ ਨੇ ਕਹਿੰਦੇ ਸਾਨੂੰ ਮਿਸ ਬੀਮ ਬਾਰੇ ਕੀ ਦੱਸਿਆ। ਮਿਸ ਬੀਮ ਕਿੱਦਾਂ ਦੇ ਸੀਗੇ? ਮਿਡਲ ਏਜਡ ਪਰਸਨ ਸੀਗੇ, ਰੋਬ ਰੱਖਣ ਵਾਲੇ ਸੀਗੇ, ਕਾਈਂਡ ਪਰਸਨ ਸੀ, ਤੇ ਬਹੁਤ ਇੰਟੈਲੀਜੈਂਟ ਸੀ। ਅਸੀਂ ਇਸ ਚੀਜ਼ ਨੂੰ ਇੰਗਲਿਸ਼ 'ਚ ਕਿੱਦਾਂ ਲਿਖਾਂਗੇ? ਦੇਖੋ ਤੇ ਲਿਖੋ ਆਨਸਰ। ਮਿਸ ਬੀਮ ਵਾਜ਼ ਅ ਮਿਡਲ ਏਜਡ, authoritative, kindly and understanding woman. Okay, now question 4, were the children playing in the ground really physically handicapped? ਕਹਿੰਦੇ ਜਿਹੜੇ ਬੱਚੇ ਗਰਾਊਂਡ ਦੇ ਵਿੱਚ ਸੀਗੇ ਉਹ ਬੱਚੇ ਸੱਚਮੁੱਚ ਹੀ ਹੈਂਡੀਕੈਪ ਸੀਗੇ? ਉਹ ਬੱਚੇ ਹੈਂਡੀਕੈਪ ਨਹੀਂ ਸੀਗੇ, ਠੀਕ ਆ। ਇਹ ਉਹਨਾਂ ਦੀ ਪੜ੍ਹਾਈ ਦਾ ਇੱਕ ਪਾਰਟ ਸੀ, ਐਕਟ ਦਾ ਇੱਕ ਪਾਰਟ ਸੀ ਕਿ ਉਹਨਾਂ ਨੇ ਇੱਦਾਂ ਕਰਨਾ ਸੀ, ਕਿਉਂਕਿ ਮਿਸ ਬੀਮ ਦੇ ਸਕੂਲ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਸਿਖਾਈਆਂ ਜਾਂਦੀਆਂ ਸੀ ਉਹਨਾਂ ਨੂੰ। ਤੇ ਅਸੀਂ ਆਨਸਰ ਕਿੱਦਾਂ ਲਿਖਾਂਗੇ ਸੁਣੋ ਜ਼ਰਾ। No, they were not, they were only acting their part। ਉਹ ਸਿਰਫ ਆਪਣੇ ਪਾਰਟ ਦਾ ਇੱਕ ਐਕਟ ਕਰ ਰਹੇ ਸੀਗੇ, ਇੱਕ ਅਦਾ ਕਰ ਰਹੇ ਸੀ, ਠੀਕ। ਨੈਕਸਟ ਆ, ਰੀਡ ਦ ਲਾਈਨਸ ਗਿਵਨ ਬਿਲੋ ਦ ਆਨਸਰ ਐਂਡ ਦ ਆਨਸਰ ਦ ਕੁਐਸਚਨਸ। ਆਹ ਵਾਲਾ ਜਿਹੜਾ ਨਾ ਇਹ ਰੀਸੈਂਟਲੀ ਵੀਡੀਓ ਪਾਈ ਹੋਈ ਹੈ ਇਹਦੀ, ਇਹ ਤੁਹਾਨੂੰ ਉੱਪਰ ਹੀ ਮਿਲ ਜਾਣੀ ਆ ਉਹਦੇ ਵਿੱਚ ਪਲੇਲਿਸਟ ਦੇ ਵਿੱਚ, ਇਹ ਉੱਥੇ ਜਾ ਕੇ ਤੁਸੀਂ ਦੇਖੋ, ਬਹੁਤ ਡੀਪਲੀ ਸਮਝਾਇਆ ਹੋਇਆ, ਠੀਕ। ਪੂਰੀ ਦੀ ਪੂਰੀ ਪੋਇਮ ਆ ਇਹ, ਜ਼ਰੂਰੀ ਨਾਲੇ ਕਿ ਜੋ ਉਹਨਾਂ ਨੇ ਆਹ ਵਾਲੇ ਪੈਰਾਗ੍ਰਾਫ ਦਿੱਤੇ ਨੇ ਇਹੀ ਆਉਣਗੇ, ਇਹ ਗੱਲ ਨੂੰ ਆਪਣੇ ਬ੍ਰੇਨ 'ਚ ਰੱਖਿਓ। ਇਹ ਸਿਰਫ ਸੈਂਪਲ ਆ, ਇਹ ਤੁਹਾਨੂੰ ਪੇਪਰ ਨਹੀਂ ਉਹ ਦੇ ਰਹੇ। ਹਾਂ, ਇੱਕ ਟ੍ਰਿਕ ਮੈਂ ਤੁਹਾਨੂੰ ਦੱਸ ਸਕਦੀ ਕਿ ਜਿਹੜੇ ਕੁਐਸਚਨਸ ਇੱਥੇ ਦਿੱਤੇ ਆ ਇਹਨਾਂ ਵਿੱਚੋਂ ਕੋਈ ਨਾ ਕੋਈ ਆ ਜਾਊਗਾ, ਮੈਂ ਨਹੀਂ ਕਹਿੰਦੀ ਕਿ ਸਾਰਾ ਹੀ ਆਊਗਾ, ਬਟ
ਇਹਨਾਂ ਦੇ ਨਾਲ ਦੇ ਕੁਐਸਚਨਸ ਇੰਪੋਰਟੈਂਟ ਜਿਹੜੇ ਆਪਾਂ ਨੂੰ ਲੱਗਦੇ ਹੁੰਦੇ ਉਹ ਵੀ ਜ਼ਰੂਰ ਪੜ੍ਹਿਓ, ਸਿਰਫ ਇਹਦੇ ਤੇ ਹੀ ਡਿਪੈਂਡ ਨਾ ਰਹੋ। ਓਕੇ, ਅਗਲਾ ਆ ਐਨ ਯੂਥ ਸੈਡ, ਜਿਹੜੀ ਔਰ ਦੀ ਆਪਸ਼ਨ ਹੈ। ਐਨ ਯੂਥ ਸੈਡ ਸਪੀਕ ਟੂ ਅਸ ਆਫ ਫਰੈਂਡਸ਼ਿਪ, ਇਹ ਫਰੈਂਡਸ਼ਿਪ ਵਾਲਾ ਜਿਹੜਾ ਚੈਪਟਰ ਆ ਉਹਦੇ ਤੇ ਆ। ਯੂਰ ਫਰੈਂਡ ਇਜ਼ ਯੂਰ ਨੀਡ ਆਂਸਰ, ਹੀ ਇਜ਼ ਯੂਰ ਫੀਲਡ ਵਿਚ ਯੂ ਸੋ ਵਿਦ ਲਵ ਐਂਡ ਰੀਪ ਵਿਦ ਥੈਂਕਸ ਗਿਵਿੰਗ। ਕਿੰਨੀ ਅੱਛੀ ਲਾਈਨ ਲਿਖੀ ਆ, ਕਹਿੰਦੇ ਇਹ ਉਹ ਖੇਤ ਆ ਜਿਸ 'ਚ ਤੁਸੀਂ ਜੋ ਬੀਜਦੇ ਆ ਉਹਦੇ ਬਦਲੇ 'ਚ ਤੁਹਾਨੂੰ ਉਹੀ ਮਿਲਦਾ ਹੈ। ਲਵ ਬੀਜੋਗੇ ਤਾਂ ਲਵ ਮਿਲੂਗਾ, ਠੀਕ ਹੈ, ਥੈਂਕਸ ਤੁਹਾਨੂੰ ਮਿਲਣਗੀਆਂ ਉਹਦੇ ਰਿਗਾਰਡ ਦੇ ਵਿੱਚ। ਐਂਡ ਹੀ ਇਜ਼ ਯੂਰ ਬੋਰਡ ਐਂਡ ਯੂਰ ਫਾਇਰ ਸਾਈਡ, ਉਹੀ ਤੁਹਾਡਾ ਬੋਰਡ ਆ, ਉਹੀ ਤੁਹਾਡਾ ਫਾਇਰ ਸਾਈਡ ਆ, ਮਤਲਬ ਤੁਹਾਡੇ ਨਾਲ ਇੱਕ ਬੋਰਡ ਦੀ ਤਰ੍ਹਾਂ ਖੜਾ ਰਹਿੰਦਾ ਆ ਤੇ ਇੱਕ ਅਗਨੀ ਦੀ ਤਰ੍ਹਾਂ ਤੁਹਾਨੂੰ ਨਿੱਘ ਦਿੰਦਾ ਆ, ਤੁਹਾਨੂੰ ਹਮੇਸ਼ਾ ਇੱਕ ਪੋਜ਼ਿਟਿਵ ਚੀਜ਼ਾਂ ਦੇ ਵਿੱਚ ਰੱਖਦਾ, ਤੁਹਾਡਾ ਅੱਛਾ ਦੋਸਤ। ਫॉर ਯੂ ਕਮ ਟੂ ਹਿਮ ਵਿਦ ਯੋਰ ਹੰਗਰ, ਤੁਸੀਂ ਆਪਣੀ ਹੰਗਰ ਦੇ ਲਈ ਉਹਦੇ ਕੋਲ ਆਉਂਦੇ ਆ। ਹੰਗਰ ਕੀ ਹੁੰਦਾ ਆ? ਹੰਗਰ ਦਾ ਮਤਲਬ ਇਹ ਨਹੀਂ ਵੀ ਤੁਸੀਂ ਰੋਟੀਆਂ ਖਾਣ ਆਉਂਦੇ ਉਹਦੇ ਤੋਂ, ਫਨੀ ਲੱਗਦਾ ਨਾ ਇਹ, ਬਟ ਇੰਗਲਿਸ਼ ਦੀ ਲੈਂਗੁਏਜ ਥੋੜ੍ਹੀ ਜਿਹੀ ਇਹੋ ਜਿਹੀ ਹੁੰਦੀ ਆ, ਟ੍ਰਿਕੀ, ਸਾਨੂੰ ਥੋੜ੍ਹਾ ਜਿਹਾ ਸਮਝਣਾ ਪੈਂਦਾ, ਬਟ ਇਹ ਬਹੁਤ ਸੋਹਣੀ ਲੈਂਗੁਏਜ ਆ। ਇਹਨੂੰ ਜਿੱਦਾਂ ਜਿੱਦਾਂ ਤੁਸੀਂ ਅਬਜ਼ਰਵ ਕਰੀ ਜਾਣਾ ਨਾ, ਤੁਹਾਨੂੰ ਇਸ ਲੈਂਗੁਏਜ ਨਾਲ ਇੱਕ ਡਿਫਰੈਂਟ ਜੀ ਫੀਲ ਹੋਇਆ ਕਰੂਗੀ। ਕਹਿੰਦੇ ਕਿ ਫॉर ਯੂ ਕਮ ਟੂ ਹਿਮ ਵਿਦ ਯੋਰ ਹੰਗਰ, ਤੁਸੀਂ ਉਹਨਾਂ ਕੋਲ ਜਾਂਦੇ ਆ ਇੱਕ ਭੁੱਖ ਦੇ ਲਈ। ਐਂਡ ਯੂ ਸੀਕ ਹਿਮ ਫॉर ਪੇਸ, ਤੇ ਤੁਸੀਂ ਉਹਨੂੰ ਪੇਸ ਦੇ ਲਈ, ਸ਼ਾਂਤੀ ਦੇ ਲਈ ਉਹਨੂੰ ਮਿਲਦੇ ਆ। ਹੰਗਰ ਦਾ ਮਤਲਬ ਇਹ ਹੈ ਵੀ ਉਹ ਤੁਹਾਡੀਆਂ ਲੋੜਾਂ ਨੂੰ ਪੂਰਾ ਕਰਦਾ, ਤੁਹਾਡੇ ਪਿਆਰ ਨੂੰ ਪਿਆਰ ਦੇ ਰੂਪ 'ਚ ਦਿੰਦਾ, ਤੁਸੀਂ ਤੁਹਾਡੇ 'ਤੇ ਟਰਸਟ ਕਰਦੇ ਆ ਤੁਸੀਂ, ਤੇ ਤੁਹਾਡਾ ਆਪਸ 'ਚ ਟਰਸਟ ਹੁੰਦਾ ਆ, ਠੀਕ ਹੈ, ਲੋਇਲਟੀ ਦਿੰਦਾ, ਤੁਹਾਨੂੰ ਪੇਸ ਦਿੰਦਾ, ਇਹ ਹੁੰਦੀ ਹੰਗਰਨੈਸ, ਠੀਕ। When your friend speaks his mind, you fear not the nay in your own mind. ਜਦੋਂ ਕਹਿੰਦੇ ਤੁਹਾਡਾ ਦੋਸਤ ਤੁਹਾਡੇ ਸਾਹਮਣੇ ਹੋਵੇ, ਤੁਸੀਂ ਉਹਨੂੰ ਨਾ ਕਹਿਣ 'ਚ ਬਿਲਕੁਲ ਨਹੀਂ ਡਰਦੇ। ਨੈਚੁਰਲ ਹੈ ਨਾ ਇਹ, ਕੋਈ ਹੋਰ ਹੋਵੇ ਅਸੀਂ ਸੋਚਦੇ ਇਹਨੂੰ ਕਹੀਏ ਜਾਂ ਨਾ ਕਹੀਏ, ਬਟ ਜਦੋਂ ਸਾਡਾ ਦੋਸਤ ਹੋਵੇ ਸਿੱਧਾ ਕਹਿੰਦੇ ਨਾ ਮੈਂ ਤਾਂ ਨਹੀਂ ਕੰਮ ਕਰਨਾ, ਮੈਨੂੰ ਤਾਂ ਸਹੀ ਨਹੀਂ ਲੱਗਦਾ, ਇਹ ਨੈਚੁਰਲ ਆ। ਸੋ ਸਾਡਾ ਫਰੈਂਡ ਇੱਕ ਸਾਡੇ ਲਈ ਇਸ ਤਰੀਕੇ ਨਾਲ ਦੁਨੀਆ 'ਤੇ ਆਉਂਦਾ ਆ ਕਿ ਜਿਹੜਾ ਸਾਡੀ ਪੂਰਤੀ, ਸਾਡੇ ਦਿਲ ਦੀ, ਦਿਮਾਗ ਦੀ, ਸਾਡੇ ਮਨ ਨੂੰ ਸ਼ਾਂਤੀ ਦਿੰਦਾ ਉਹ, ਰਾਈਟ। ਫਸਟ ਕੁਐਸਚਨ ਕੀ ਆ? ਨੇਮ ਦਾ ਪੋਇਟ ਐਂਡ ਦਾ ਪੋਇਮ। ਨੇਮ ਆਫ ਦਾ ਪੋਇਮ ਇਜ਼, ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਰਾਈਟ, ਐਂਡ ਨੇਮ ਆਫ ਦਾ ਪੋਇਟ ਇਜ਼ ਕੈਹਲਿਲ ਗਿਬਰਨ। ਨੇਮ ਆਫ ਦਾ ਪੋਇਟ ਇਜ਼ ਕੈਹਲਿਲ ਗਿਬਰਨ, ਯਾਦ ਕਰ ਲਓ, KAHLIL, ਕੈਹਲਿਲ ਗਿਬਰਨ, GIBRAN। ਪੋਇਮ ਦਾ ਕੀ ਨਾਮ ਸੀ? ਔਨ ਫਰੈਂਡਸ਼ਿਪ। ਸੈਕਿੰਡ ਕੁਐਸਚਨ, what is the most important thing that we can give to your friend? ਕਹਿੰਦੇ ਕਿਹੜੀ ਇੱਦਾਂ ਦੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਆ ਜਿਹੜੀ ਅਸੀਂ ਆਪਣੇ ਦੋਸਤ ਨੂੰ ਦੇ ਸਕਦੇ ਹਾਂ? what we can give to our friend? we can give him or her love। ਕਿੱਦਾਂ ਆਨਸਰ ਲਿਖਾਂਗੇ? love is the most important thing that we can give to our friend। why do we seek him? ਅਸੀਂ ਕਹਿੰਦੇ ਉਹਨੂੰ ਕਿਉਂ ਲੱਭਦੇ ਆ? seek ਹੁੰਦਾ ਲੱਭਣਾ। we seek him for love, trust, loyalty, peace and to fulfill our hunger। ਇਹਦਾ ਆਨਸਰ, ਇਹ ਵਾਲੀ ਲਾਈਨ ਦਾ ਮੀਨਿੰਗ ਜਿਹੜਾ ਆ ਸੀਕ, ਲੱਭਣਾ। ਅਸੀਂ ਉਹਨੂੰ ਕਿਉਂ ਲੱਭਦੇ ਹਾਂ? for trust, for love, for loyalty, for peace and to fulfill our hunger, ਠੀਕ। how is our friend our fireside? ਸਾਡਾ ਦੋਸਤ ਸਾਡੀ fireside ਕਿੱਦਾਂ ਹੁੰਦਾ? our friend is our fireside because he provides us warmth in cold or ਟਰਬੂਲੈਂਟ ਟਾਈਮ, ਜਿਹੜੇ ਮੁਸ਼ਕਿਲ ਸਮਿਆਂ ਦੇ ਵਿੱਚ, ਜਾਂ ਫਿਰ ਠੰਡੇ ਸਮੇਂ, ਜਿੱਥੇ ਠੰਡੇ ਸਮੇਂ ਇਹ ਨਹੀਂ ਕਿ ਕੋਈ ਬਰਫ਼ ਵਾਲਾ ਪਹਾੜੀ ਏਰੀਆ, ਇੱਦਾਂ ਦਾ ਨਹੀਂ ਹੁੰਦਾ। ਕੋਲਡ, ਵਾਰਮਥ ਇਨ ਕੋਲਡ, ਮਤਲਬ ਜਦੋਂ ਸਾਡੇ 'ਤੇ ਮੁਸ਼ਕਿਲ ਆਉਂਦੀ ਹੈ, ਇਹਦਾ ਹਿਡਨ ਮੀਨਿੰਗ ਇਹ ਆ, ਜਦੋਂ ਤੋਂ ਸਾਡੇ 'ਤੇ ਮੁਸ਼ਕਿਲ ਆਉਂਦੀ ਆ ਉਦੋਂ ਸਾਡਾ ਦੋਸਤ ਸਾਨੂੰ ਨਿੱਘ ਦਿੰਦਾ, ਸਾਡੀ ਸਹਾਇਤਾ ਕਰਕੇ ਸਾਨੂੰ ਇੱਕ ਅਲੱਗ ਪ੍ਰੋਟੈਕਸ਼ਨ ਪ੍ਰੋਵਾਈਡ ਕਰਦਾ, ਰਾਈਟ। ਇਸ ਤੋਂ ਬਾਅਦ ਹੈ ਆਪਣਾ ਗਿਵ ਦਾ ਸੈਂਟਰਲ ਆਈਡੀਆ ਆਫ ਦਾ ਪੋਇਮ।
ਸੈਂਟਰਲ ਆਈਡੀਆ ਆਫ ਦਾ ਪੋਇਮ, ਇਹ ਸਾਨੂੰ ਕਿੰਨੇ ਮਾਰਕਸ ਦਾ ਆਉਣਾ ਆ? 3 ਮਾਰਕਸ ਦਾ, ਰਾਈਟ। ਪ੍ਰੇਅਰ ਆਫ ਦਾ ਵੁੱਡਸ ਜਿਹੜਾ ਆ, ਇਹਦਾ ਸੈਂਟਰਲ ਆਈਡੀਆ ਤੁਹਾਨੂੰ ਜਦੋਂ ਤੁਸੀਂ ਆਹ ਵਾਲੀ ਪੋਇਮ ਪੜ੍ਹੋਗੇ ਨਾ, ਉੱਪਰ ਵਾਲੀ ਜਿਹੜੀ ਫਸਟ ਆ ਪ੍ਰੇਅਰ ਆਫ ਦਾ ਵੁੱਡਸ, ਉਸ ਇੱਕ ਵੀਡੀਓ ਦੇ ਵਿੱਚ ਹੀ ਸਾਰਾ ਕੁਛ ਮੈਂ ਦਿੱਤਾ ਹੋਇਆ, ਤੁਸੀਂ ਉਹ ਵੀਡੀਓ ਤੁਹਾਡੇ ਲਈ ਦੇਖਣੀ ਬਹੁਤ ਫਾਇਦੇਮੰਦ, ਜਾ ਕੇ ਜ਼ਰੂਰ ਦੇਖਿਓ। ਸੈਕਿੰਡ ਕੀ ਆ? ਔਨ ਫਰੈਂਡਸ਼ਿਪ। ਔਨ ਫਰੈਂਡਸ਼ਿਪ ਦਾ ਤੁਹਾਨੂੰ ਜ਼ਰੂਰ ਪ੍ਰੋਵਾਈਡ ਕਰ ਦਿੰਦੀ ਹਾਂ ਮੈਂ ਹੁਣ ਸੈਂਟਰਲ ਆਈਡੀਆ, ਠੀਕ ਹੈ, ਇਹਦਾ ਸੈਂਟਰਲ ਆਈਡੀਆ ਪ੍ਰੋਵਾਈਡ ਕਰ ਦਿੰਦੀ ਹਾਂ। ਇੱਕ ਹਸਨ ਦਾ ਕਰੈਕਟਰ ਸਕੈਚ ਵੀ ਆਲਰੇਡੀ ਉੱਥੇ ਹੈਗਾ ਹੈ, ਜੌਨ ਫਿਲਿਪ ਸੌਸਾ ਦਾ ਵੀ ਵੀਡੀਓਜ਼ ਦੇ ਵਿੱਚ ਤੁਹਾਨੂੰ ਮਿਲ ਜਾਏਗਾ, ਮਿਸ ਬੀਮ ਦਾ, ਅਤੇ ਇੱਕ ਔਨ ਫਰੈਂਡਸ਼ਿਪ, ਇਹ ਦੋਨਾਂ ਦਾ ਇੰਪੋਰਟੈਂਟ ਤੁਹਾਨੂੰ ਜ਼ਰੂਰ ਕਰਵਾ ਦਿੰਦੀ ਹਾਂ। ਔਨ ਫਰੈਂਡਸ਼ਿਪ ਦਾ ਸੈਂਟਰਲ ਆਈਡੀਆ ਅਤੇ ਕਰੈਕਟਰ ਸਕੈਚ ਆਫ ਮਿਸ ਬੀਮ, ਠੀਕ ਹੈ। ਥੀਮ ਜਾਂ ਕਰੈਕਟਰ ਸਕੈਚ, ਇਹਨਾਂ ਦੋਨਾਂ ਵਿੱਚੋਂ ਇੱਕ ਕੁਐਸਚਨ ਵੀ ਅੱਛੇ ਤਰੀਕੇ ਨਾਲ ਯਾਦ ਕਰ ਲਓ ਨਾ ਤੁਸੀਂ, ਆ ਜਾਊਗਾ, ਬਟ ਮੈਨੂੰ 99% ਲੱਗਦਾ ਕਿ ਮਿਸ ਬੀਮ ਦਾ ਕਰੈਕਟਰ ਸਕੈਚ ਆਊਗਾ, ਠੀਕ। ਸੋ ਟਰਾਈ ਕਰਿਓ, ਐਂਡ ਮੈਂ ਤੁਹਾਨੂੰ ਇਹਨਾਂ ਦਾ ਮਟੀਰੀਅਲ ਪ੍ਰੋਵਾਈਡ ਕਰ ਦਿੰਦੀ ਹਾਂ YouTube ਇਹਦੇ, ਅਤੇ ਬਾਕੀ ਦਾ ਤੁਸੀਂ ਦੇਖੋ ਜਦ ਤੱਕ। ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਵੀਡੀਓ।